ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਧ ਹੀ ਪਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ। ਸੰਤ ਜਨਾ ਮਿਲ ਭਾਈਆਂ, ਕਾਟਿਅੜਾ ਜਮਕਾਲ। ਸੱਚਾ ਸਾਹਿਬ ਮਨ ਵੁੱਠਾ, ਹੋਵਾ ਖਸਮ ਦਇਆਲ। ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ। ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ। ਤੇਰੇ ਦਰਸ਼ਨ ਕੋ ਬਲਿਹਾਰਣੈ, ਤੁਸ ਦਿੱਤਾ ਅੰਮ੍ਰਿਤ ਨਾਮ। ਜਿਨ ਤੂੰ ਸੇਵਿਆ ਭਾਉ ਕਰ, ਸੇਈ ਪੁਰਖ ਸੁਜਾਨ। ਤਿਨਾ ਪਿਛੈ ਛੁਟੀਐ, ਜਿਨ ਅੰਦਰ ਨਾਮ ਨਿਧਾਨ। ਗੁਰ ਜੀਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਆਏ ਸੇ ਪ੍ਰਵਾਣ ਹੈ, ਜਿਨ ਗੁਰ ਮਿਲਿਆ ਸੋ ਭਾਏ। ਸੱਚੇ ਸੇਤੀ ਰਤਿਆਂ, ਦਰਗਾਹ ਬੈਸਣ ਜਾਏ। ਕਰਤੇ ਹੱਥ ਵਡਿਆਈਆਂ, ਪੂਰਬ ਲਿਖਿਆ ਪਾਏ। ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ। ਸੱਚੋ ਸੱਚ ਵਖਾਣੀਐ, ਸੱਚੋ ਬੁੱਧ ਵਿਵੇਕ। ਸਰਬ ਨਿਰੰਤਰ ਰਵ ਰਿਹਾ, ਜਪ ਨਾਨਕ ਜੀਵੈ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਰਹਿਮਤ ਤੇ ਕਿਰਪਾ ਤੇ ਬਖਸ਼ਿਸ਼ ਦੇ ਨਾਲ ਰੋਜ਼ਾਨਾ ਦੇ ਵਾਂਗੂ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਤੇ Facebook ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ, ਜੋ ਪਿਛਲੇ ਤਕਰੀਬਨ 1 ਸਾਲ ਤੋਂ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਚੱਲ ਰਹੀ ਹੈ, ਜਿਸ ਵਿੱਚ ਸ਼੍ਰੀ ਰਾਗ ਦੇ ਹੁਣ ਤੱਕ 97 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 98 ਨੰਬਰ ਸ਼ਬਦ ਹੈ, 98 ਨੰਬਰ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼੍ਰੀ ਰਾਗ ਦੇ ਵਿੱਚੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ ਹੈ 52 ਤੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ, ਮੁਖਾਰਬਿੰਦ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਇਆ ਹੈ। ਸ਼ਬਦ ਦੇ ਕੁੱਲ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਆਓ ਸਤਿਗੁਰੂ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਦੀ ਮੱਤ 'ਤੇ ਚੱਲਣ ਦਾ ਪ੍ਰਣ ਕਰੀਏ, ਸਤਿਗੁਰੂ ਦੇ ਹੁਕਮ ਨੂੰ ਫੋਲੋ ਕਰੀਏ ਤੇ ਆਪਣੇ ਜੀਵਨ ਦੇ ਵਿੱਚ ਅਗਿਆਨਤਾ, ਭਰਮ ਤੇ ਸਾਰੇ ਭੁਲੇਖੇ ਦੂਰ ਕਰਦਿਆਂ ਹੋਇਆਂ ਅਵਗੁਣਾਂ ਤੋਂ ਉੱਪਰ ਉੱਠਦਿਆਂ ਸੱਚੇ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਜਿਹੜਾ ਇਹ ਜੀਵਨ ਮਿਲਿਆ ਹੈ ਨਾ, ਇਹ ਬਹੁਤ ਵੱਡਮੁੱਲਾ ਮਿਲਿਆ ਹੈ। ਇਹ ਮਨੁੱਖਤਾ ਦੇਹੀ ਦੇ ਵਿੱਚ ਆ ਕੇ ਹੀ ਅਸੀਂ ਆਪਣੇ ਜੀਵਨ ਨੂੰ ਤਰਾਸ਼ ਸਕਦੇ ਹਾਂ, ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਸਾਂਝ ਪਾ ਸਕਦੇ ਹਾਂ, ਤਾਂ ਕਿ ਸਾਡੇ ਜੀਵਨ ਦੇ ਵਿੱਚ ਸੱਚ ਵਸੇ, ਸਾਡਾ ਜੀਵਨ ਐਨ ਸਾਫ਼, ਸਪਸ਼ਟ ਤੇ ਨਿਰਮਲ ਹੋਵੇ। ਜਿਵੇਂ ਪਾਣੀ ਦਾ ਸੁਭਾਅ ਸਪਸ਼ਟ ਹੈ, ਸਾਫ਼ ਹੈ, ਪਰ ਉਹਦੇ ਵਿੱਚ ਕੋਈ ਗੰਦਗੀ ਸੁੱਟ ਦੇਵੇ, ਉਹਦੇ ਵਿੱਚ ਮੈਲ ਸੁੱਟਦਾ ਰਵੇ, ਸਾਰਾ ਕੂੜਾ ਸੁੱਟਦਾ ਰਵੇ ਤੇ ਕੀ ਹੋਵੇਗਾ? ਪਾਣੀ ਦਾ ਰੰਗ ਬਦਲ ਜਾਵੇਗਾ, ਪਾਣੀ ਗੰਦਾ ਹੋ ਜਾਵੇਗਾ। ਇਹ ਫਿਰ ਬਾਅਦ ਵਿੱਚ ਕੀ ਕਰਨਾ ਪਏਗਾ? ਅੱਜ ਬੜੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਨੇ ਕਿ ਗੰਦੇ ਪਾਣੀ ਨੂੰ ਫਿਲਟਰ ਕਰਕੇ ਉਹ ਫਿਰ ਸਾਨੂੰ ਦਿੱਤਾ ਜਾਂਦਾ ਹੈ। ਸਾਡੇ ਜੀਵਨ ਵਿੱਚ ਵੀ ਇੰਝ ਆ। ਜਿੱਦਣ ਅਸੀਂ ਪੈਦਾ ਹੋਏ ਸਨ, ਉਦਣ ਸਾਡਾ ਮਨ ਬੜਾ ਨਿਰਮਲ ਸੀ। ਇਸੇ ਕਰਕੇ ਛੋਟਾ ਬੱਚਾ ਸਾਰਿਆਂ ਨੂੰ ਪਿਆਰਾ ਲੱਗਦਾ ਹੈ, ਕਿਉਂਕਿ ਉਹਦੀ ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ, ਨਾ ਕੋਈ ਵੈਰ ਭਾਵ ਹੈ। ਉਹਦੀਆਂ ਕਿਲਕਾਰੀਆਂ ਦੇ ਵਿੱਚ ਵੀ ਇੱਕ ਮਿਠਾਸ ਹੈ, ਉਹਦੇ ਰੋਣੇ ਵਿੱਚ ਵੀ ਮਿਠਾਸ ਹੈ, ਕਿਉਂਕਿ ਉਹ ਰੋਣਾ ਵਿਛੋੜੇ ਦਾ ਹੈ, ਤੜਫਦਾ ਹੈ। ਇਸੇ ਕਰਕੇ ਉਸ ਰੋਣੇ ਦੇ ਵਿੱਚ ਵੀ ਇੱਕ ਸਹਿਜ ਹੈ। ਜਿਵੇਂ ਜਿਵੇਂ ਅਸੀਂ, ਸਭ ਤੋਂ ਪਹਿਲਾਂ ਸਾਨੂੰ ਘਰ ਦਾ ਮਾਹੌਲ ਮਿਲਦਾ ਹੈ। ਜੇ ਸਾਡੇ ਘਰ ਦੇ ਮਾਹੌਲ ਦੇ ਵਿੱਚ ਗੁਰਮਤਿ ਨਹੀਂ ਹੈ, ਗੁਰਬਾਣੀ ਨਹੀਂ ਹੈ, ਪਰਮਾਤਮਾ ਦੀ ਯਾਦ ਨਹੀਂ ਹੈ, ਪਰਮਾਤਮਾ ਦਾ ਚਿੰਤਨ ਨਹੀਂ ਹੈ, ਹਰ ਵਕਤ ਸਾਡੇ ਘਰ ਦੇ ਵਿੱਚ ਸਾਡੇ ਬਜ਼ੁਰਗਾਂ ਦਾ, ਸਾਡੇ ਮਾਤਾ ਪਿਤਾ ਦਾ ਸੁਭਾਅ ਪਦਾਰਥਵਾਦੀ ਹੈ, ਸੰਸਾਰਵਾਦੀ ਹੈ, ਮੇਰੇ ਮਨ ਉੱਤੇ ਹੁਣ ਉਹ ਸੰਸਾਰ ਲਿਖਿਆ ਜਾ ਰਿਹਾ ਹੈ। ਮੇਰਾ ਮਨ ਸੰਗਤ ਕਬੂਲ ਰਿਹਾ ਉਹਨਾਂ ਵਿਚਾਰਾਂ ਦੀ, ਉਹਨਾਂ ਭਾਵਨਾਵਾਂ ਦੀ, ਉਹਨਾਂ ਸੋਚਾਂ ਦੀ। 6 ਮਹੀਨਾ ਬੱਚਾ ਕੇਵਲ ਆਬਜ਼ਰਵ ਕਰਦਾ ਹੈ ਕਿ ਇਹ ਭਾਸ਼ਾ ਕੀ ਬੋਲੀ ਜਾ ਰਹੀ ਹੈ ਮੇਰੇ ਆਲੇ ਦੁਆਲੇ, ਇਹਨਾਂ ਭਾਸ਼ਾਵਾਂ ਦੇ ਵਿਚਾਰ ਕੀ ਨੇ। ਫਿਰ ਮਨੁੱਖ ਦੇ ਵਿੱਚੋਂ ਉਹੋ ਜਿਹੇ ਵਿਚਾਰ ਐਕਟੀਵੇਟ ਹੋਣ ਲੱਗਦੇ ਨੇ, ਉਹੋ ਜਿਹੀ ਬੋਲੀ ਇਹਦੇ ਵਿੱਚੋਂ ਐਕਟੀਵੇਟ ਹੋਣ ਲੱਗਦੀ ਹੈ। ਜਿਵੇਂ ਜਿਵੇਂ ਇਹਦੀ ਬੋਲੀ, ਜੇ ਕਿਸੇ ਦੀ ਪੰਜਾਬੀ ਹੈ, ਪੰਜਾਬੀ ਐਕਟੀਵੇਟ ਹੋ ਜਾਂਦੀ ਹੈ, ਬੱਚਾ ਪੰਜਾਬੀ ਬੋਲਣ ਲੱਗ ਪੈਂਦਾ। ਭਾਸ਼ਾਵਾਂ ਇਹਦੇ ਵਿੱਚ ਹਨ, ਪਰ ਐਕਟੀਵੇਟ ਹੋਈਆਂ ਨੇ ਘਰ ਦੇ ਮਾਹੌਲ ਤੋਂ। ਹੁਣ ਜੇ ਮਾਤਾ ਪਿਤਾ ਗੁਰਮੁਖ ਨੇ, ਬੱਚੇ ਦੇ ਵਿੱਚੋਂ ਪਰਮਾਤਮਾ ਦੀ ਯਾਦ ਐਕਟੀਵੇਟ ਹੋ ਰਹੀ ਹੈ। ਛੋਟਾ ਜਿਹਾ ਬੱਚਾ ਗੁਰਬਾਣੀਆਂ ਕੰਠ ਕਰ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ, ਬਾਣੀ ਦਾ ਕੀਰਤਨ ਕਰ ਰਿਹਾ ਹੈ, ਕਿਉਂਕਿ ਮਾਤਾ ਪਿਤਾ ਇਸ ਸੁਭਾਅ ਦੇ ਨੇ। ਪਰ ਜੇ ਘਰ ਦੇ ਵਿੱਚ ਚੋਰੀ ਹੈ, ਝੂਠ ਹੈ, ਠੱਗੀ ਹੈ, ਹੁਣ ਨਿਰਮਲ ਮਨ ਮੈਲਾ ਕਰ ਦਿੱਤਾ ਹੈ। ਹੁਣ ਮੈਲਾ ਮਨ ਮੈਲੇ ਵਿਚਾਰ ਪੈਦਾ ਕਰ ਰਿਹਾ ਹੈ। ਮੈਲਿਆਂ ਵਿਚਾਰਾਂ ਤੋਂ ਮਾੜੇ ਕਰਮ ਪੈਦਾ ਹੋ ਰਹੇ ਨੇ, ਕੰਮ ਮਾੜੇ ਹੋ ਰਹੇ ਨੇ, ਅਪਰਾਧ ਪੈਦਾ ਹੋ ਰਹੇ ਹੈ। ਕੱਲ ਕੀ ਜੀਵਨ ਹੌਲੀ ਹੌਲੀ ਅਪਰਾਧੀ ਬਣ ਗਿਆ ਹੈ। ਹੁਣ ਸਤਿਗੁਰੂ ਨਾਲ ਕਿਤੇ ਜੀਵਨ ਵਿੱਚ ਸਾਂਝ ਪੈ ਗਈ, ਕਿਤੇ ਗੁਰੂ ਸ਼ਬਦ ਦੀ ਗੱਲ ਸਮਝ ਆਉਣ ਲੱਗ ਪਈ। ਹੁਣ ਗੁਰੂ ਸ਼ਬਦ ਕੀ ਕਰਦਾ? ਫਿਲਟਰ ਕਰਦਾ ਹੈ। ਸਤਿਗੁਰ ਦੀ ਬਾਣੀ ਫਿਲਟਰ ਕਰਦੀ ਹੈ ਸਾਡੀਆਂ ਵਿਚਾਰਾਂ ਨੂੰ, ਸਾਡੀਆਂ ਸੋਚਾਂ ਨੂੰ, ਸਾਡੀਆਂ ਭਾਵਨਾਵਾਂ ਨੂੰ, ਸਾਡੀਆਂ ਆਸ਼ਾਵਾਂ ਨੂੰ, ਸਾਡੀਆਂ ਇੱਛਾਵਾਂ ਨੂੰ। ਹੁਣ ਜਦੋਂ ਜਦੋਂ ਅਸੀਂ ਜਿਵੇਂ ਜਿਵੇਂ ਗੁਰਮਤਿ ਨਾਲ ਤੁਰਦੇ ਹਾਂ, ਗੁਰਬਾਣੀ ਦੀ ਸਮਝ ਆਉਣ ਲੱਗਦੀ ਹੈ, ਮਨ ਨਿਰਮਲ ਹੋਣ ਲੱਗਦਾ, ਮੈਲਾ ਮਨ ਧੁੱਪਣ ਲੱਗਦਾ ਹੈ, ਫਿਲਟਰ ਹੋਣ ਲੱਗਦਾ ਹੈ। ਤੇ ਫਿਲਟਰ ਮਨ ਦੀ ਨਿਸ਼ਾਨੀ ਹੈ ਕਿ ਮਨ ਦੇ ਵਿੱਚੋਂ ਸੱਚ ਬੋਲਣ ਨੂੰ ਜੀ ਕਰਦਾ ਹੈ, ਸੱਚ ਦੇ ਨਾਲ ਖੜਨ ਨੂੰ ਜੀ ਕਰਦਾ ਹੈ। ਈਰਖਾ ਨਫ਼ਰਤ ਜੀਵਨ ਦੇ ਵਿੱਚੋਂ ਖਤਮ ਹੋਣ ਲੱਗਦੀ ਹੈ। ਦੂਸਰੇ ਦੀਆਂ ਚੀਜ਼ਾਂ ਵੇਖ ਕੇ ਹੁਣ ਜੈਲਸੀ ਨਹੀਂ ਹੁੰਦੀ,
ਦੂਜੇ ਵੱਲ ਵੇਖ ਕੇ ਮਨ ਖੁਸ਼ ਹੁੰਦਾ ਹੈ। ਇਹ ਪ੍ਰਭਾਵ ਹੈ ਮਨ ਦਾ। ਤੋ ਇਹ ਮਨ ਨੇ ਪ੍ਰਭਾਵ ਕਬੂਲਣਾ ਹੈ ਸਤਿਗੁਰੂ ਕੀ ਸੰਗਤ ਦਾ। ਸੋ ਅੱਜ ਦਾ ਜਿਹੜਾ ਸ਼ਬਦ ਆ ਨਾ, ਇਹ ਇਸੇ ਪ੍ਰਥਾ ਹੈ। ਸਤਿਗੁਰੂ ਜੀ ਨੇ ਕੱਲ੍ਹ ਦੇ ਪਾਵਨ ਸ਼ਬਦ ਵਿੱਚ ਇਹ ਗੱਲ ਸਮਝਾਈ ਸੀ, ਸਾਡੇ ਵਾਸਤੇ ਅਰਦਾਸ ਕੀਤੀ ਸੀ, ਹੇ ਪਰਿਪੂਰਨ ਪ੍ਰਮਾਤਮਾ ਜੀ, ਮੈਂ ਤੇਰੇ ਭਰੋਸੇ 'ਚ ਹਾਂ, ਮੈਂ ਤੇਰੇ ਵਿਸ਼ਵਾਸ 'ਚ ਹਾਂ। ਇਹ ਮੰਨਦਾ ਵਾਂ ਤੇਰਾ ਭਾਣਾ ਮੰਨਣਾ ਬਹੁਤ ਔਖਾ ਹੈ, ਪਰ ਜੇ ਤੂੰ ਨਾਲ ਖੜ ਜਾਵੇਂ, ਜੇ ਤੇਰੀ ਖਿਮਾ ਕਰਨਾ, ਜੇ ਤੂੰ ਆਪਣਾ ਪਿਆਰ ਬਖਸ਼ ਦੇਵੇਂ ਤੇ ਭਾਣਾ ਮੰਨਿਆ ਜਾ ਸਕਦਾ ਹੈ, ਤੇਰੀ ਰਜ਼ਾ ਵਿੱਚ ਰਿਹਾ ਜਾ ਸਕਦਾ ਹੈ। ਮੈਂ ਅਪਰਾਧੀ ਹਾਂ, ਬੜੇ ਅਪਰਾਧ ਕਮਾਉਣਾ, ਇਹ ਮੈਂ ਮੰਨਦਾ। ਮੇਰੇ ਮਨ ਵਿੱਚ ਬੜੇ ਮੈਲੇ ਵਿਚਾਰ ਉੱਠਦੇ ਨੇ, ਇਹ ਵੀ ਮੈਂ ਸਵੀਕਾਰ ਕਰਦਾ। ਮੈਂ ਬਹੁਤ ਹੀ ਮਨਮੁਖ ਹਾਂ, ਇਹ ਵੀ ਮੈਂ ਸਵੀਕਾਰ ਕਰਦਾ। ਪਰ ਤੂੰ ਆਪਣਾ ਬਿਰਧ ਪਾਲ, ਮੇਰੇ ਅਵਗੁਣ ਯਾਰੀ ਨੂੰ ਗੁਣਵੰਤ ਬਣਾ, ਮੇਰੇ ਜੀਵਨ ਵਿੱਚ ਗੁਣਾਂ ਦਾ ਪ੍ਰਗਾਸ ਕਰ, ਤਾਂ ਕਿ ਮੇਰੇ ਅੰਦਰ ਸੱਚ ਪੈਦਾ ਹੋਵੇ, ਸੱਚ ਉਜਾਗਰ ਹੋਵੇ, ਵੇਖਾਂ ਸੱਚ, ਬੋਲਾਂ ਸੱਚ। ਤੋ ਸਾਹਿਬ ਜੀ ਕਹਿੰਦੇ ਕਿਵੇਂ ਹੋਵੇਗਾ? ਅੱਜ ਦਾ ਪਾਵਨ ਸ਼ਬਦ ਹੈ ਸ਼੍ਰੀ ਰਾਗ ਦਾ। ਰਹਾਉ ਦੀਆਂ ਪੰਕਤੀਆਂ ਨੇ, ਮੇਰੇ ਸਤਿਗੁਰਾ ਹੋਂ ਤੁਧ ਵਿਟੋਂ ਕੁਰਬਾਨ। ਹੇ ਮੇਰੇ ਸੱਚੇ ਗੁਰੂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਹੇ ਮੇਰੇ ਸੱਚੇ ਗੁਰੂ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਗੁਰੂ ਸ਼ਬਦ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਣਾ। ਵਿਟੋਂ ਦਾ ਅਰਥ ਹੈ ਸਦਕੇ ਜਾਣਾ, ਵਾਰਨੇ ਜਾਣਾ ਤੁਹਾਡੇ ਤੋਂ। ਹੇ ਮੇਰੇ ਆ ਪਾਤਸ਼ਾਹ, ਮੈਂ ਤੇਰੇ ਤੋਂ, ਵਿਟੋਂ ਤੋਂ, ਤੇਰੇ ਤੋਂ ਕੁਰਬਾਨ ਜਾਣਾ। ਹੌਂ ਦਾ ਅਰਥ ਹੈ ਮੈਂ, ਤੁਧ ਦਾ ਅਰਥ ਹੈ ਤੇਰੇ ਤੋਂ, ਵਿਟੋਂ ਦਾ ਅਰਥ ਹੈ ਤੋਂ, ਕੁਰਬਾਨ ਦਾ ਅਰਥ ਹੈ ਸਦਕੇ। ਹੇ ਮੇਰੇ ਸੱਚੇ ਪਾਤਸ਼ਾਹ, ਮੇਰੇ ਵਾਹਿਗੁਰੂ, ਮੇਰੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਜੀ, ਜਿੱਦਣ ਦੀ ਮੈਂ ਤੁਹਾਨੂੰ ਫੋਲੋ ਕਰਨ ਲੱਗਾ ਨਾ, ਜਿੱਦਣ ਦਾ ਮੈਂ ਤੁਹਾਡੀ ਮੱਤ ਨੂੰ ਅਪਣਾਉਣ ਲੱਗਾ ਹੈ, ਮੇਰੇ ਜੀਵਨ ਵਿੱਚ ਬਦਲਾਵ ਆਇਆ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਆਨੰਦ ਤੇ ਖੇੜਾ ਮਹਿਸੂਸ ਕਰਦਾ ਹੈ। ਹੁਣ ਮੇਰੇ ਚਿੱਤ ਵਿੱਚੋਂ ਇਹ ਖਿਆਲ ਹੈ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ। ਤੇਰੇ ਦਰਸ਼ਨ ਕੋ ਬਲਿਹਾਰ ਨੇ, ਤੁਸ ਦਿੱਤਾ ਅੰਮ੍ਰਿਤ ਨਾਮ। ਤੁਸ ਦਾ ਅਰਥ ਹੈ ਤਰੁੱਠ ਕੇ, ਪ੍ਰਸੰਨ ਹੋ ਕੇ। ਤੇਰੇ ਦਰਸ਼ਨ ਕੋ, ਤੇਰੇ ਦਰਸ਼ਨ, ਤੈਨੂੰ ਵੇਖਣ ਵਾਸਤੇ। ਹੇ ਮੇਰੇ ਸੱਚੇ ਪਾਤਸ਼ਾਹ, ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਸ਼ਬਦ ਗੁਰੂ ਜੀ, ਮੈਂ ਤੁਹਾਡੇ ਦਰਸ਼ਨ ਕਰਦਾ। ਇੱਕ ਦਰਸ਼ਨ ਅਸੀਂ ਰੋਜ਼ ਕਰਦੇ ਹਾਂ, ਮੈਂ ਬਾਰ-ਬਾਰ ਕਹਿੰਦਾ, ਅਸੀਂ ਗੁਰਦੁਆਰੇ ਜਾਂਦੇ ਹਾਂ, ਹੱਥ ਧੋਨੇ ਹਾਂ, ਪੈਰ ਧੋਨੇ ਹਾਂ, ਜਾ ਕੇ ਬੜੇ ਪਿਆਰ ਨਾਲ ਮੱਥਾ ਸਤਿਗੁਰੂ ਦੇ ਸਾਹਮਣੇ ਟੇਕਦੇ ਹਾਂ ਤੇ ਅੱਖਾਂ ਨਾਲ ਵੇਖਦੇ ਹਾਂ। ਇੱਕ ਇਹ ਦਰਸ਼ਨ ਨੇ, ਅਸਲੀ ਦਰਸ਼ਨ ਨੇ ਸਤਿਗੁਰ ਦੀ ਮੱਤ ਦੇ ਮੁਤਾਬਕ ਤੁਰਨਾ। ਅਸਲੀ ਦਰਸ਼ਨ ਹੈ ਗੁਰਬਾਣੀ ਨੂੰ ਫੋਲੋ ਕਰਨਾ। ਜਿੱਦਣ ਇਹ ਦਰਸ਼ਨ ਜੀਵਨ ਵਿੱਚ ਹੋਣ ਲੱਗ ਪੈਣਗੇ ਨਾ, ਅਸਲੀ ਬਦਲਾਵ ਉਦਣ ਆਵੇਗਾ। ਤੇਰੇ ਦਰਸ਼ਨ ਕੋ ਬਲਿਹਾਰ ਨੇ, ਤੇਰੀ ਬਾਣੀ ਦੀ ਵਿਚਾਰ ਰੂਪੀ ਦਰਸ਼ਨ ਜਿਹੜੇ ਮੈਨੂੰ ਹੋਏ, ਮੈਂ ਸਦਕੇ ਜਾਣਾ। ਮੇਰੇ ਮਨ ਵਿੱਚ ਜੀ ਕਰਦਾ ਮੈਂ ਬਲਿਹਾਰ ਜਾਵਾਂ, ਸਦਕੇ ਜਾਵਾਂ ਐਸੇ ਆਪਣੇ ਮੁਕੰਮਲ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਤੇ, ਜਿਨ੍ਹਾਂ ਦਾ ਇੱਕ ਇੱਕ ਅੱਖਰ ਮੈਨੂੰ ਗਿਆਨ ਦਿੰਦਾ ਹੈ, ਮੈਨੂੰ ਸਮਝ ਦਿੰਦਾ ਹੈ, ਮੇਰੇ ਜੀਵਨ ਦੀ ਗਾਈਡਲਾਈਨ ਆ। ਕਿ ਜਿੱਦਣ ਦਾ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਹੈ ਨਾ, ਮੇਰੀ ਜ਼ਿੰਦਗੀ ਦੇ ਤਮਾਮ ਸਵਾਲਾਂ ਦੇ ਜਵਾਬ ਲੱਭ ਗਏ ਨੇ। ਹੁਣ ਮੈਂ ਕਦੀ ਮੁਸ਼ਕਿਲ ਵਿੱਚ ਨਹੀਂ ਹੁੰਦਾ, ਕੋਈ ਸੰਕਟ ਨਹੀਂ ਆਉਂਦਾ, ਕਿਉਂਕਿ ਹਰ ਇੱਕ ਸੰਕਟ ਤੇ ਮੁਸ਼ਕਿਲ ਦੇ ਵਿੱਚੋਂ ਨਿਕਲਣ ਦਾ ਸਮਾਧਾਨ, ਜਿਹੜਾ ਹੱਲ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਇਸੇ ਕਰਕੇ ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਣਾ, ਬਲਿਹਾਰ ਨੇ ਜਾਣਾ। ਤੁਸ ਦਿੱਤਾ ਅੰਮ੍ਰਿਤ ਨਾਮ, ਤੁਸੀਂ ਤਰੁੱਠੇ ਹੋ, ਮੇਰੇ ਤੇ ਪ੍ਰਸੰਨ ਹੋਏ ਹੋ, ਕਿਰਪਾ ਕੀਤੀ ਹੈ ਤੇ ਆਪਣਾ ਆਤਮਿਕ ਜੀਵਨ ਦੇਣ ਵਾਲਾ। ਅੰਮ੍ਰਿਤ ਦਾ ਅਰਥ ਹੈ ਆਤਮਿਕ ਜੀਵਨ ਦੇਣ ਵਾਲਾ। ਇੱਕ ਸਾਡੀ ਸੋਚ ਹੈ ਜਿਹੜੀ ਪਲ ਪਲ ਡਿੱਗਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਨੈਗੇਟਿਵ ਵਿਚਾਰ। ਨੈਗੇਟਿਵ ਵਿਚਾਰਾਂ ਉੱਥੇ ਪੈਦਾ ਹੁੰਦੀਆਂ ਨੇ ਜਿੱਥੇ ਮਨ ਮੈਲਾ ਹੋਵੇਗਾ। ਜਿੱਥੇ ਗੁਰੂ ਦੀ ਦਾਤ, ਗੁਰੂ ਸ਼ਬਦ ਵਸਣ ਲੱਗ ਪਵੇਗਾ, ਉੱਥੇ ਜੀਵਨ 'ਚ ਆਤਮਿਕ ਤੌਰ 'ਤੇ ਮਜ਼ਬੂਤੀ ਆਵੇਗੀ। ਪੋਜ਼ਿਟਿਵ ਕਿੱਥੇ ਹੋਵੇਗਾ ਮਨ? ਜਿੱਥੇ ਆਤਮਾ ਮਜ਼ਬੂਤ ਹੋਵੇਗੀ। ਜਿੱਥੇ ਆਤਮਾ ਕਮਜ਼ੋਰ ਹੋਵੇਗੀ, ਵਿਕਾਰਾਂ ਦੇ ਨਾਲ ਕਮਜ਼ੋਰ ਹੋਈ ਹੋਵੇਗੀ, ਉੱਥੇ ਸੱਚ ਦੀ ਗੱਲ ਕਰਨੀ, ਸੱਚ ਸੁਣਨਾ,
ਸੱਚ ਬੋਲਣਾ ਬਹੁਤ ਔਖਾ ਹੋਵੇਗਾ। ਪਰ ਜਦੋਂ ਆਤਮਿਕ ਤੌਰ ਤੇ ਮਨੁੱਖ ਆਪਣੀ ਆਤਮਾ ਦੇ ਤੌਰ ਤੇ, ਸਪਿਰਿਚੁਅਲ ਤੌਰ ਤੇ ਜਦੋਂ ਮਜ਼ਬੂਤ ਹੋਵੇਗਾ, ਫਿਰ ਕੀ ਹੋਵੇਗਾ? ਉਹਦੇ ਅੰਦਰ ਚੜ੍ਹਦੀ ਕਲਾ ਆਵੇਗੀ। ਉਹ ਤਮਾਮ ਦੁਨੀਆ ਦੇ ਹਰ ਇੱਕ ਮੁਸੀਬਤ ਦੇ ਨਾਲ ਸਾਹਮਣਾ ਕਰਨ ਵਾਸਤੇ ਤਿਆਰ ਹੋਵੇਗਾ, ਟੱਕਰ ਲੈਣ ਵਾਸਤੇ ਤਿਆਰ ਹੋਵੇ, ਦੌੜੇਗਾ ਨਹੀਂ। ਸਤਿਗੁਰ ਦਾ ਸਿੱਖ ਮੈਦਾਨ ਨਹੀਂ ਕਦੀ ਛੱਡਦਾ। ਸਤਿਗੁਰ ਦਾ ਸਿੱਖ ਭਗੌੜਾ ਨਹੀਂ ਹੈ। ਬਾਬਾ ਕਬੀਰ ਜੀ ਕਹਿੰਦੇ, ਗਗਨ ਦਮਾਮਾ ਬਾਝਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕਿਉ ਦਾਓ। ਕਹਿੰਦੇ ਸੂਰਮਾ ਉਹ ਹੈ ਜੋ ਐਨ ਮੈਦਾਨ ਦੇ ਵਿੱਚ ਖਲੋਤਾ ਰਵੇ। ਸੰਸਾਰ ਇੱਕ ਰਣ ਭੂਮੀ ਹੈ ਜਿਹਦੇ ਵਿੱਚ ਬੜੇ ਹੱਲੇ ਨੇ ਵਿਕਾਰਾਂ ਦੇ, ਮਾਇਆ ਦੇ। ਬੜੇ ਸੰਸਾਰ ਦੇ ਵਿੱਚ ਹੱਲੇ ਤੁਹਾਡੇ ਤੇ ਪੈਣਗੇ, ਪਰ ਗੁਰੂ ਦੇ ਸਿੱਖ ਜਿਹਦੇ ਕੋਲ ਗੁਰਮਤ ਦਾ ਕਵਚ ਹੈ, ਜਿਹਦੇ ਕੋਲ ਗੁਰਮਤ ਦੀ ਪ੍ਰੋਟੈਕਸ਼ਨ ਹੈ, ਜਿਹਦੇ ਕੋਲ ਗੁਰਬਾਣੀ ਦੀ ਪ੍ਰੋਟੈਕਸ਼ਨ ਹੈ, ਉਹ ਆਤਮਿਕ ਤੌਰ ਤੇ ਮਜ਼ਬੂਤ ਰਹੇਗਾ। ਕਿਉਂਕਿ ਉਹਨੂੰ ਭਰੋਸਾ ਹੈ ਆਪਣੇ ਅਕਾਲ ਪੁਰਖ ਤੇ, ਉਹਨੂੰ ਭਰੋਸਾ ਹੈ ਆਪਣੇ ਗੁਰੂ ਤੇ, ਉਹਨੂੰ ਵਿਸ਼ਵਾਸ ਹੈ ਆਪਣੇ ਸਤਿਗੁਰ ਦੇ ਉੱਤੇ। ਉਹ ਕਦੀ ਨਹੀਂ ਡੋਲੇਗਾ, ਕਦੀ ਨਹੀਂ ਭਟਕੇਗਾ, ਉਹ ਕਦੀ ਸੁਸਾਈਡ ਵਾਲੇ ਬੰਦੇ ਨਹੀਂ ਜਾਏਗਾ। ਆਤਮਘਾਤੀ ਹੋ ਹੀ ਨਹੀਂ ਸਕਦਾ ਗੁਰੂ ਦਾ ਸਿੱਖ। ਕਿਉਂਕਿ ਜਦੋਂ ਗੁਰਮਤ ਜੀਵਨ ਵਿੱਚ ਆਉਂਦੀ ਹੈ, ਆਤਮਾ ਮਜ਼ਬੂਤ ਹੋਣ ਲੱਗਦੀ ਹੈ, ਅੰਦਰ ਗੁਰਮਤ ਦਾ ਨਾਮ ਰੂਪੀ ਅੰਮ੍ਰਿਤ ਹਿਰਦੇ ਵਿੱਚ ਵਸਣ ਲੱਗਦਾ ਹੈ, ਤੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਕੀ ਹੁੰਦਾ ਹੈ? ਗੁਰਬਾਣੀ ਕਹਿ, ਜੋ ਗੁਰਬਾਣੀ ਕਹਿ ਰਹੀ ਹੈ, ਸੇਵਕ ਜਨ ਮੰਨੈ, ਸੇਵਕ ਭਗਤ ਬਣ ਕੇ ਉਹਨੂੰ ਮੰਨਦਾ ਹੈ। ਪ੍ਰਤੱਖ ਗੁਰੂ ਨਿਸਤਾਰੇ, ਤੇ ਗੁਰਬਾਣੀ ਦੇ ਵਿੱਚੋਂ ਪ੍ਰਤੱਖ ਗੁਰੂ ਦੀ ਮੱਤ ਦੇ ਦੀਦਾਰ ਹੋ ਜਾਂਦੇ ਨੇ। ਜੀਵਨ ਗੁਰੂ ਵਾਲਾ ਬਣ ਜਾਂਦਾ ਹੈ। ਆਤਮਿਕ ਤੌਰ ਤੇ ਮਨੁੱਖ ਮਜ਼ਬੂਤ ਹੋ ਜਾਂਦਾ ਹੈ। ਕਿਉਂਕਿ ਇਹ ਆਤਮਿਕ ਗਿਆਨ ਕਿੰਨੇ ਬਖਸ਼ਿਆ ਹੈ? ਮੇਰੇ ਗੁਰੂ ਨੇ, ਮੇਰੇ ਪਰਮਾਤਮਾ ਵਾਹਿਗੁਰੂ ਤੋਂ ਵਰਸੋਏ ਮੇਰੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੇ। ਇਹ ਰਾਹਾਉ ਦੀਆਂ ਪੰਕਤੀਆਂ ਨੇ। ਬਾਕੀ ਬੰਦਾਂ ਨੂੰ ਬੜੇ ਧਿਆਨ ਨਾਲ ਵਾਚਣਾ ਜੇ। ਇਹ ਤੋਂ ਪਹਿਲਾਂ ਰਹਾਉ ਦਾ ਬੰਦ ਸਮਝ ਆ ਜਾਵੇ। ਬਾਹਰ ਦੂਜੀ ਵਾਰੀ ਫਿਰ ਕਹਿ ਦਿੰਦਾ, ਇਹਦੇ ਵਿੱਚ ਪਾਤਸ਼ਾਹ ਕਹਿੰਦੇ, ਮੈਂ ਆਪਣੇ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਜਿਸ ਸਤਿਗੁਰ ਦੇ ਗਿਆਨ ਦੀ ਕਿਰਪਾ ਦੇ ਨਾਲ ਮੇਰੀ ਆਤਮਿਕ ਤੌਰ ਤੇ ਮੈਂ ਮਜ਼ਬੂਤ ਹੋਇਆ ਹਾਂ, ਤੇ ਮੇਰੇ ਚਿੱਤ ਦੇ ਵਿੱਚ ਸਦਾ ਵਾਸਤੇ ਵਸਦਾ ਪਰਮਾਤਮਾ ਨਜ਼ਰ ਆਉਣ ਲੱਗ ਪਿਆ ਹੈ। ਇਹ ਰਹਾਉ ਦਾ ਬੰਦ ਹੈ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਾਹਿਬ ਕਹਿੰਦੇ, ਬੜੇ ਪਿਆਰੇ ਬਚਨ ਨੇ। ਸ਼੍ਰੀ ਰਾਗ ਮਹੱਲਾ ਪੰਜਵਾਂ। ਰਾਗ ਸ਼੍ਰੀ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਘਰ ਪਹਿਲਾ ਇੱਕ ਤਾਲ ਵਿੱਚ ਤਬਲਾ ਵਜਾਉਣ ਦੀ ਹਦਾਇਤ ਹੈ। ਹੁਣ ਇਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਦਕੇ ਜਾ ਰਹੇ ਨੇ ਗੁਰੂ ਤੋਂ। ਗੱਲ ਕਰ ਰਹੇ ਆ ਤੁਹਾਨੂੰ ਸੱਚੇ ਪਾਤਸ਼ਾਹ ਗੁਰੂ ਸ਼ਬਦ ਰੂਪੀ ਗੁਰੂ ਦੀ। ਹੁਣ ਪਹਿਲੇ ਬੰਦ ਵਿੱਚ ਧਿਆਨ ਦੇਣਾ। ਸੰਤ ਜਨਾ ਮਿਲ ਭਾਈਆਂ ਕਾਟੜਿਆ ਜਮਕਾਲ। ਸੰਤ ਜਨਾਂ ਦੇ ਨਾਲ ਜਦੋਂ ਮੈਂ ਮਿਲਿਆ, ਭਾਈਆਂ। ਹੁਣ ਇੱਥੇ ਸੰਤ ਜਨਾ ਮਿਲ ਭਾਈਆਂ। ਸੰਤ ਕੌਣ ਨੇ? ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੇਈ ਸੰਤ। ਜਿਨ੍ਹਾਂ ਦਾ ਇੱਕ ਵੀ ਸਵਾਸ ਬੇਈਮਾਨ ਨਹੀਂ ਹੁੰਦਾ, ਜਿਨ੍ਹਾਂ ਦੇ ਇੱਕ ਵੀ ਸਵਾਸ ਵਿੱਚ ਮੈਲ ਨਹੀਂ ਹੁੰਦੀ, ਜਿਨ੍ਹਾਂ ਦਾ ਇੱਕ ਇੱਕ ਸਵਾਸ ਪਰਮਾਤਮਾ ਦੀ ਯਾਦ ਵਿੱਚ, ਗੁਰੂ ਸ਼ਬਦ ਦੇ ਪਿਆਰ ਦੇ ਵਿੱਚ ਵਸਿਆ ਹੁੰਦਾ ਹੈ, ਜੋ ਸਤਿਗੁਰੂ ਜੀ ਦੀ ਮੱਤ ਨੂੰ ਸਮਰਪਿਤ ਹੁੰਦੇ ਨੇ, ਜੋ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਆਪਣੀ ਮਨ ਦੀ ਮੱਤ ਛੱਡ ਦਿੰਦੇ ਨੇ, ਉਹਨਾਂ ਨੂੰ ਕਿਹਾ ਸੰਤ ਜਨਾ। ਉਹ ਭਗਤ ਜੋ ਗੁਰੂ ਦੀ ਮੱਤ ਤੇ ਚੱਲਦੇ ਨੇ। ਮਿਲ ਭਾਈਆਂ, ਉਹਨਾਂ ਭਰਾਵਾਂ ਨੂੰ ਮਿਲ। ਭਰਾ ਕਿਹਾ ਸਤਿਗੁਰ ਨੇ, ਚੇਤਾ ਰੱਖਿਓ। ਸਾਹਿਬ ਜੀ ਨੇ ਕਿਸੇ ਸੰਤ ਦੇ ਪੈਰਾਂ ਵਿੱਚ ਪੈਣ ਦੀ ਗੱਲ ਨਹੀਂ ਕੀਤੀ ਵੀ ਕਿਸੇ ਪਖੰਡੀ ਡੇਰੇਦਾਰ ਦੇ ਜਾ ਕੇ ਪੈਰਾਂ 'ਚ ਡਿੱਗੀ। ਸਾਹਿਬ ਨੇ ਭਰਾ ਸ਼ਬਦ ਕਹਿ ਕੇ ਬਰਾਬਰ ਕਰ ਦਿੱਤੇ। ਕਹਿੰਦੇ ਉਹਨਾਂ ਭਰਾਵਾਂ ਦੇ ਕੋਲ ਜਾ, ਉਹਨਾਂ ਭਰਾਵਾਂ ਦੀ ਸੰਗਤ ਕਰ ਜਿਹੜੇ ਭਰਾ ਤੈਨੂੰ ਗੁਰਮਤ ਨਾਲ ਜੋੜਨ, ਜਿਹੜੇ ਵੀਰ ਸੱਚੇ ਸੁਭਾਅ ਦੇ ਨੇ, ਸੱਚੇ ਨਿਰਮਲ ਖਿਆਲਾਂ ਦੇ ਨੇ, ਜਿਨ੍ਹਾਂ ਦੇ ਵਿੱਚ ਹਰ ਵਕਤ ਗੁਰਮਤ ਵਸਦੀ ਹੈ। ਉਹਨਾਂ ਭਰਾਵਾਂ ਦੇ ਕੋਲ ਜਾ ਕੇ ਬਿਹਾ ਕਰ, ਉਹਨਾਂ ਭਰਾਵਾਂ ਦਾ, ਉਹਨਾਂ ਭੈਣਾਂ ਦਾ ਸੰਗ ਕਰਿਆ ਕਰ।
ਕਾਟੜਿਆ ਜਮਕਾਲ। ਕਿਉਂਕਿ ਜਦੋਂ ਤੂੰ ਗੁਰੂ ਦੀ ਮੱਤ ਦੇ ਨਾਲ ਜੁੜੇ ਹੋਏ, ਗੁਰੂ ਦੀ ਮੱਤ ਤੇ ਤੁਰੇ ਹੋਏ, ਗੁਰੂ ਦੀ ਹੁਕਮ ਦੇ ਵਿੱਚ ਚੱਲਣ ਵਾਲੇ ਵੀਰਾਂ ਭੈਣਾਂ ਦੇ ਕੋਲ ਬਵੇਂਗੀ ਜਾਂ ਬਵੇਂਗਾ, ਤੈਨੂੰ ਬੁਰੀ ਸੰਗਤ ਵਿੱਚ ਨਹੀਂ ਲੈ ਕੇ ਜਾਣਗੇ, ਤੇਰੇ ਅੰਦਰ ਬੁਰੇ ਖਿਆਲ ਨਹੀਂ ਪੈਦਾ ਹੋਣਗੇ। ਇਹਨਾਂ ਦੇ ਨਾਲ ਮਿਲ ਕੇ ਜਦੋਂ ਗੁਰੂ ਸ਼ਬਦ ਦੀ ਵਿਚਾਰ ਕਰੇਂਗੀ ਜਾਂ ਕਰੇਂਗਾ, ਇਹਨਾਂ ਨਾਲ ਬਹਿ ਕੇ ਗੁਰੂ ਦੀ ਮੱਤ ਨੂੰ ਸਮਝੇਗਾ, ਕੀ ਹੋਵੇਗਾ? ਕਾਟੜਿਆ ਜਮਕਾਲ। ਜਮਕਾਲ ਦਾ ਅਰਥ ਹੈ ਮੌਤ ਦਾ ਡਰ, ਆਤਮਿਕ ਮੌਤ ਦਾ। ਸਰੀਰ ਤੁਰਿਆ ਜਾ ਰਿਹਾ ਹੈ, ਜੇ ਆਤਮਾ ਮਰੀ ਹੈ, ਐਸੀ ਜ਼ਿੰਦਗੀ ਕਿਸ ਕੰਮ ਦੀ ਹੈ? ਜਿਉਂਦੀ ਲਾਸ਼ ਹੈ। ਸਤਿਗੁਰੂ ਕਹਿੰਦੇ ਸਰੀਰ ਮਰ ਗਿਆ ਹੈ, ਕੋਈ ਗੱਲ ਨਹੀਂ, ਪਰ ਜਿਉਂਦਿਆਂ ਜੀ ਆਤਮਾ ਮਰ ਗਈ ਹੈ, ਬਹੁਤ ਵੱਡੀ ਗੱਲ ਹੈ। ਜਿਉਂਦਿਆਂ ਜੀ ਜ਼ਮੀਰ ਮਰ ਗਿਆ ਹੈ, ਬੜੀ ਵੱਡੀ ਗੱਲ ਹੈ। ਤੋ ਜ਼ਮੀਰ ਮਰ ਜਾਵੇ ਕਿਸੇ ਮਨੁੱਖ ਦਾ, ਕਿਸੇ ਕੰਮ ਦਾ ਨਹੀਂ ਹੋ। ਜਿਤਨਾ ਅੱਜ ਕੌਮੀਅਤ ਤੌਰ ਤੇ ਨੁਕਸਾਨ ਹੋ ਰਿਹਾ ਹੈ ਨਾ, ਜ਼ਮੀਰਾਂ ਦੇ ਤੌਰ ਤੇ ਮਰੇ ਹੋਏ ਲੋਕ ਨੇ, ਕਿਉਂਕਿ ਇਹਨਾਂ ਦੇ ਅੰਦਰ ਸੱਚ ਹੈ ਕੋਈ ਨਹੀਂ। ਝੂਠ ਦਾ ਫੈਲਾਵ ਹੈ, ਠੱਗੀਆਂ ਫਰੇਬੀਆਂ ਦਾ ਫੈਲਾਵ ਹੈ, ਬਸ ਪਿਆਰੀ ਸੰਗਤ ਨੂੰ ਗੁੰਮਰਾਹ ਕਰਕੇ ਵਰਤਿਆ ਜਾ ਰਿਹਾ ਹੈ, ਹੋਰ ਕੁਝ ਨਹੀਂ। ਨਿਰਮਲ ਭੋਲੀ ਸੰਗਤ ਨੂੰ ਗੁੰਮਰਾਹ ਕਰਕੇ ਵਰਤਿਆ ਜਾ ਰਿਹਾ ਹੈ। ਅੱਜ ਸੁਚੇਤ ਹੋਵੋ, ਸਮਝਦਾਰ ਹੋਵੋ। ਤੁਹਾਨੂੰ ਰੱਬ ਨੇ ਸਿਰ ਦਿੱਤਾ ਹੈ, ਵਰਤਣ ਲਈ ਦਿੱਤਾ ਹੈ, ਪਰਖਣ ਲਈ ਦਿੱਤਾ ਹੈ, ਵਿਚਾਰਨ ਲਈ ਦਿੱਤਾ ਹੈ। ਸਤਿਗੁਰ ਦੀ ਮੱਤ ਅਕਲ ਸਿਖਾਉਂਦੀ ਹੈ, ਚੰਗੇ ਮਾੜੇ ਦੀ ਪਰਖ ਸਿਖਾਉਂਦੀ ਹੈ, ਝੂਠ ਸੱਚ ਦੀ ਪਰਖ ਸਿਖਾਉਂਦੀ ਹੈ। ਤੇ ਜੇ ਗੁਰੂ ਦੀ ਮੱਤ ਨਹੀਂ ਕੋਲ, ਦਿਮਾਗ ਦੂਸਰੇ ਦੇ ਪਿੱਛੇ ਤੁਰ ਪਵੇਗਾ। ਸਾਹਿਬ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਭਾਈਆਂ ਭਰਾਵਾਂ ਦੇ ਕੋਲ ਬਹਿ, ਪਰ ਸ਼ਰਤੇ ਕਿ ਉਹ ਭਰਾ ਗੁਰਮਤ ਨਾਲ ਜੁੜੇ ਹੋਣ, ਉਹਨਾਂ ਦੇ ਅੰਦਰ ਸੱਚੇ ਪ੍ਰਮਾਤਮਾ ਦਾ ਪਿਆਰ ਵਸਦਾ ਹੋਵੇ। ਉਹਨਾਂ ਦੇ ਕੋਲ ਬਵੇਂਗਾ ਨਾ, ਜਦੋਂ ਗੁਰੂ ਸ਼ਬਦ ਦੀ ਵਿਚਾਰ ਕਰੇਗਾ ਬਹਿ ਕੇ, ਕੀ ਹੋਵੇਗਾ? ਤੇਰੇ ਅੰਦਰੋਂ ਆਤਮਿਕ ਮੌਤ ਦਾ ਖਤਰਾ ਦੂਰ ਹੋ ਜਾਵੇਗਾ। ਫਿਰ ਤੂੰ ਆਤਮਿਕ ਤੌਰ ਤੇ ਨਹੀਂ ਮਰੇਗਾ। ਦੁਨੀਆ ਦੀ ਕੋਈ ਧਨ, ਦੁਨੀਆ ਦੀ ਕੋਈ ਤਾਕਤ ਫਿਰ ਤੇਰੇ ਜ਼ਮੀਰ ਨੂੰ ਖਰੀਦ ਨਹੀਂ ਸਕੇਗੀ, ਕਿਉਂਕਿ ਤੂੰ ਵਿਕਾਊ ਨਹੀਂ ਹੋਵੇਗਾ। ਹੀਰਾ ਕਦੀ ਵਿਕਾਊ ਨਹੀਂ ਜੇ ਹੁੰਦਾ, ਇਹ ਗੱਲ ਚੇਤੇ ਰੱਖਿਓ। ਸਤਿਗੁਰ ਦਾ ਸਿੱਖ ਹੀਰਾ ਹੈ, ਇਹ ਵਿਕਾਊ ਨਹੀਂ ਹੈ। ਦੁਨੀਆ ਦੇ ਕੋਲ ਇੰਨੀ ਤਾਕਤ ਹੀ ਨਹੀਂ ਕਿ ਸਿੱਖ ਨੂੰ ਖਰੀਦ ਸਕਣ, ਖਰੀਦ ਹੀ ਨਹੀਂ ਸਕੇ। ਵੱਡੇ ਵੱਡੇ ਅੰਗਰੇਜ਼ ਨਹੀਂ ਖਰੀਦ ਸਕੇ ਬਹਾਦਰ ਗੁਰੂ ਕਿਆਂ ਸਿੱਖਾਂ ਨੂੰ। ਭਾਈ ਮਤੀ ਦਾਸ, ਭਾਈ ਸਤੀ ਦਾਸ ਵਰਗਿਆਂ ਗੁਰੂ ਕੇ ਸੂਰਬੀਰ ਸਿੰਘਾਂ ਨੂੰ ਨਹੀਂ ਖਰੀਦ ਸਕੇ। ਇਤਿਹਾਸ ਭਰਿਆ ਪਿਆ ਹੈ, ਭਰਿਆ ਪਿਆ ਹੈ। ਕਿਉਂਕਿ ਜਿਹੜੇ ਜ਼ਮੀਰੀ ਤੌਰ ਤੇ ਉੱਚੇ ਹੋ ਗਏ ਨਾ, ਜਿਹੜੇ ਆਤਮਿਕ ਤੌਰ ਤੇ ਮਜ਼ਬੂਤ ਹੋ ਗਏ, ਉਹ ਵਿਕਾਊ ਨਹੀਂ ਹੁੰਦੇ। ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਕੀ ਹੁੰਦਾ ਹੈ? ਸੱਚਾ ਸਾਹਿਬ ਮਨ ਮੁੱਠਾ ਹੋਆ ਕਸਮ ਦਿਆਲ। ਸੱਚਾ ਸਾਹਿਬ, ਸਾਹਿਬ ਦਾ ਅਰਥ ਹੈ ਮਾਲਕ। ਮਾਲਕ ਸਾਡਾ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਹੈ। ਅਕਾਲ ਪੁਰਖ ਵਾਹਿਗੁਰੂ ਜੋ ਸਦਾ ਅਟਲ ਰਹਿਣ ਵਾਲਾ ਹੈ। ਮਨ ਮੁੱਠਾ, ਮਨ ਦੇ ਵਿੱਚ ਮੁੱਠਾ ਦਾ ਅਰਥ ਹੈ ਆ ਵਸਿਆ। ਮੁੱਠਾ ਦਾ ਅਰਥ ਹੈ ਆ ਵਸਿਆ। ਸਦਾ ਅਟਲ ਰਹਿਣ ਵਾਲਾ ਸੱਚਾ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਸਤਿਗੁਰੂ ਕੀ ਸ਼ਬਦ ਦੇ ਗਿਆਨ ਤੇ ਸਮਝ ਨਾਲ ਇਹ ਨਜ਼ਰ ਆਉਣ ਲੱਗ ਪਿਆ ਹੈ। ਮਨ ਮੁੱਠਾ, ਉਹ ਮਨ ਵਿੱਚ ਵਸਿਆ ਹੋਇਆ ਹੈ। ਹੁਆ ਕਸਮ ਦਿਆਲ, ਤੇ ਇੰਜ ਲੱਗਦਾ ਹੈ ਕਿ ਹੁਣ ਮੇਰਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਮੇਰਾ ਕਸਮ, ਮੇਰਾ ਪਤੀ, ਮੇਰਾ ਮਾਲਕ ਮੇਰੇ ਤੇ ਦਿਆਲੂ ਹੋ ਗਿਆ ਹੈ ਕਿ ਉਹਨੇ ਮੈਨੂੰ ਸੱਚੀ ਪਰਖ ਦੇ ਦਿੱਤੀ ਹੈ। ਮੇਰੇ ਨੇਤਰਾਂ ਵਿੱਚ ਅੰਮ੍ਰਿਤ ਦੇ ਦਿੱਤਾ ਹੈ, ਮੇਰੇ ਕੰਨਾਂ ਵਿੱਚ ਅੰਮ੍ਰਿਤ ਦੇ ਦਿੱਤਾ ਹੈ, ਮੇਰੀ ਜੇਬਾਂ ਵਿੱਚ ਪਵਿੱਤਰਤਾ ਦੇ ਦਿੱਤੀ ਹੈ। ਇਹ ਨਿਸ਼ਾਨੀ ਹੈ ਕਿ ਮੇਰਾ ਸੱਚਾ ਪਰਮਾਤਮਾ ਮੇਰੇ ਤੇ ਦਿਆਲ ਹੋਇਆ ਹੈ, ਉਹ ਵਸ ਗਿਆ ਹੈ ਮੇਰੇ ਹਿਰਦੇ 'ਚ, ਮੇਰੇ ਸਤਿਗੁਰੂ ਦੀ ਕਿਰਪਾ ਤੇ ਅਸੀਸ ਦੇ ਨਾਲ। ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ। ਇਹ ਕਿਉਂ ਹੋਇਆ ਹੈ? ਕਿਉਂਕਿ ਸਤਿਗੁਰੂ ਮੇਰਾ ਜਿਹੜਾ ਮੁਕੰਮਲ ਪਾਤਸ਼ਾਹ ਧੰਨ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹਨਾਂ ਦੇ ਨਾਲ ਹੁਣ ਮੇਰਾ ਮਿਲਾਪ ਹੋ ਗਿਆ, ਮੇਰੀ ਭੇਟ ਹੋ ਗਈ ਹੈ। ਭੇਟ ਦਾ ਅਰਥ ਹੈ ਮਿਲਾਪ ਹੋ ਗਿਆ ਹੈ। ਹੁਣ ਸਤਿਗੁਰੂ ਦਾ ਇੱਕ ਇੱਕ ਅੱਖਰ ਜੀਵਨ ਦੇ ਵਿੱਚ ਆ ਵਸਿਆ ਹੈ। ਹੁਣ ਜੀਵਨ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਚੰਗੇ ਖਿਆਲਾਂ ਨੂੰ ਕਰਨੀ ਤੇ ਕਥਨੀ ਇੱਕ ਕੀਤੀ ਜਾ ਰਹੀ ਹੈ। ਕਰੈਕਟਰ ਬਣਾਇਆ ਜਾ ਰਿਹਾ ਹੈ, ਕਿਰਦਾਰ ਡਿਵੈਲਪ ਕੀਤਾ ਜਾ ਰਿਹਾ ਹੈ। ਇਹ ਗੱਲ ਚੇਤੇ ਰੱਖਿਓ। ਸਿੱਖ ਬਾਡੀ ਨਹੀਂ ਹੈ, ਸਿੱਖ ਕਿਰਦਾਰ ਹੈ, ਸਿੱਖ ਜੀਵਨ ਹੈ, ਸਿੱਖ ਦੀ ਇੱਕ ਜ਼ਿੰਦਗੀ ਹੈ
ਜੋ ਬੜੀ ਮਿਹਨਤ ਮੰਗਦੀ ਹੈ, ਬੜੀ ਮੁਸ਼ੱਕਤ ਮੰਗਦੀ ਹੈ। ਤੇ ਜਦੋਂ ਸਿੱਖ ਦਾ ਜੀਵਨ ਮੁਕੰਮਲ ਹੋ ਜਾਂਦਾ ਨਾ, ਉਹਦੀ ਪਹਿਚਾਣ, ਉਹਦੀ ਆਈਡੀ ਉਦੋਂ ਚਾਲੂ ਹੁੰਦੀ ਹੈ। ਪੂਰਾ ਸਤਿਗੁਰੂ ਭੇਟਿਆ ਜਦੋਂ ਸੱਚਾ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਰੀ ਮੁਲਾਕਾਤ ਹੋਈ, ਮੇਰੀ ਸਾਂਝ ਬਣੀ, ਬਿਨਸਿਆ ਸਭ ਜੰਜਾਲ। ਤੇ ਜਿਹੜੇ ਮਾਇਆ ਮੋਹ ਦੇ ਤਾਣੇ ਪੇਟੇ ਜੀਵਨ ਵਿੱਚ ਬੁਣੇ ਹੋਏ ਸਨ ਨਾ, ਜਿਹੜਾ ਇਹ ਜਾਲ ਮੇਰੇ ਆਲੇ ਦੁਆਲੇ ਪਿਆ ਹੋਇਆ ਸੀ, ਜਿਹਦੇ ਵਿੱਚ ਮੇਰੀ ਆਤਮਾ ਤੇ ਮੇਰਾ ਮਨ ਫਸਿਆ ਹੋਇਆ ਸੀ, ਮੇਰੇ ਸਤਿਗੁਰ ਨੇ ਆਪਣੀ ਕਿਰਪਾ ਦੇ ਨਾਲ ਇਹ ਨਾਸ਼ ਕਰ ਦਿੱਤਾ, ਇਹ ਜਾਲ ਕੱਟ ਦਿੱਤਾ ਹੈ ਤੇ ਮੈਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰ ਦਿੱਤਾ ਹੈ। ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ। ਇਸ ਕਰਕੇ ਹੇ ਮੇਰੇ ਸੱਚੇ ਪਾਤਸ਼ਾਹ, ਮੇਰੇ ਸਤਿਗੁਰੂ ਜੀ, ਮੈਂ ਤੁਹਾਡੇ ਤੋਂ ਸਦਕੇ ਜਾਨਾ, ਕੁਰਬਾਨ ਜਾਨਾ। ਤੇਰੇ ਦਰਸ਼ਨ ਕੋ ਬਲਿਹਾਰ ਨੇ। ਜਦੋਂ ਤੋਂ ਮੈਂ ਤੇਰੀ ਮੱਤ ਨੂੰ ਲੈਣਾ ਸ਼ੁਰੂ ਕੀਤਾ ਹੈ, ਤੇਰੇ ਹੁਕਮ ਦੇ ਵਿੱਚ ਤੁਰਨਾ ਸ਼ੁਰੂ ਕੀਤਾ ਹੈ, ਤੇਰੇ ਹੁਕਮ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਹੈ, ਕੋ ਬਲਿਹਾਰ ਨੇ, ਉਦੋਂ ਤੋਂ ਮੇਰੇ ਜੀਵਨ ਦੇ ਵਿੱਚ ਬਦਲਾਵ ਆ ਗਿਆ ਹੈ। ਹੁਣ ਮੇਰਾ ਜੀ ਕਰਦਾ ਮੈਂ ਤੇਰੇ ਤੋਂ ਸਦਕੇ ਜਾਵਾਂ, ਬਲਿਹਾਰ ਜਾਵਾਂ। ਕਿਉਂ? ਤੁਸ ਦਿੱਤਾ ਅੰਮ੍ਰਿਤ ਨਾਮ। ਕਿਉਂਕਿ ਤੁਸੀਂ ਮੇਰੀ ਆਤਮਾ ਨੂੰ ਮਜ਼ਬੂਤ ਕੀਤਾ ਹੈ, ਮੈਨੂੰ ਆਤਮਿਕ ਤੌਰ 'ਤੇ ਮਜ਼ਬੂਤ ਕਰਕੇ ਮੇਰੇ ਅੰਦਰ ਸਦਾ ਅਟਲ ਰਹਿਣ ਵਾਲੇ ਪ੍ਰਮਾਤਮਾ ਦਾ ਪਿਆਰ ਵਸਾ ਦਿੱਤਾ ਹੈ। ਇਹ ਗੱਲ ਚੇਤੇ ਰੱਖਿਓ। ਜਿਸ ਸਿੱਖ ਦੇ ਕੋਲ ਗੁਰਬਾਣੀ ਦਾ ਸਹਾਰਾ ਹੈ ਨਾ, ਉਹ ਕਦੀ ਡਿਪਰੈਸ਼ਨ ਵਿੱਚ ਨਹੀਂ ਜਾਏਗਾ। ਡਿਪਰੈਸ਼ਨ ਕੀ ਹੈ? ਨੈਗੇਟਿਵ ਵਿਚਾਰਾਂ ਦਾ ਬਹੁਤਾਤ ਵੱਡੇ ਪੱਧਰ 'ਤੇ ਆਗਾਜ਼ ਹੋ ਜਾਣਾ, ਹਰ ਕੋਈ ਦੁਸ਼ਮਣ ਨਜ਼ਰ ਆਉਣ ਲੱਗ ਪੈਣਾ। ਇਹ ਕਿਸੇ ਟੈਸਟਾਂ ਵਿੱਚ ਨਹੀਂ ਜਿਉਂਦਾ। ਅੱਜ ਚੇਤਾ ਰੱਖਿਓ, ਗੁਸਤਾਖੀ ਮਾਫ, 75% ਤੋਂ ਜ਼ਿਆਦਾ ਦੁਨੀਆ ਡਿਪਰੈਸ਼ਨ ਦੀ ਮਰੀਜ਼ ਹੈ। ਬੜੇ ਵੱਡੇ ਵੱਡੇ ਲੋਕ, ਵਿਦਵਾਨ ਅਖਾਉਣ ਵਾਲੇ ਡਿਪਰੈਸ਼ਨ ਦੇ ਵਿੱਚ ਨੇ। ਪਰ ਜਿਨ੍ਹਾਂ ਦੇ ਕੋਲ ਗੁਰਮਤਿ ਦਾ ਸਹਾਰਾ ਹੈ, ਜਿਨ੍ਹਾਂ ਕੋਲ ਗੁਰਬਾਣੀ ਦਾ ਸਹਾਰਾ ਹੈ, ਉਹ ਕਦੀ ਡਿਪਰੈਸ ਨਹੀਂ ਹੁੰਦੇ। ਉਹਨਾਂ ਦੇ ਅੰਦਰ ਨੈਗੇਟਿਵ ਵਾਈਬਸ ਪੈਦਾ ਹੀ ਨਹੀਂ ਹੁੰਦੀਆਂ। ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਨੈਗੇਟਿਵਿਟੀ ਉਦੋਂ ਆਉਂਦੀ ਹੈ ਜਦੋਂ ਜੈਲਸੀ, ਨਫ਼ਰਤ, ਈਰਖਾ ਪੈਦਾ ਹੋ ਜਾਵੇ ਤੇ ਅੰਦਰ ਹਰ ਕੋਈ ਦੁਸ਼ਮਣ ਨਜ਼ਰ ਆਉਣ ਲੱਗ ਪਵੇ। ਪਰ ਜਦੋਂ ਗੁਰਮਤਿ ਕੋਲ ਹੈ, ਗੁਰਬਾਣੀ ਕੋਲ ਹੈ, ਸਤਿਗੁਰੂ ਦੀ ਸਮਝ ਕੋਲ ਹੈ, ਫਿਰ ਸਾਹਿਬ ਕਹਿੰਦੇ ਕੋਈ ਗੱਲ ਹੀ ਨਹੀਂ। ਫਿਰ ਸਤਿਗੁਰੂ ਨਾਲ ਵਸਦਾ ਹੈ। ਹੁਣ ਆਤਮਾ ਮਜ਼ਬੂਤ ਹੈ, ਸਦਾ ਰਹਿਣ ਵਾਲਾ ਗੁਰੂ ਦਾ ਪਿਆਰ ਨਾਲ ਹੈ। ਹੁਣ ਮੇਰਾ ਜੀ ਕਰਦਾ ਮੈਂ ਸਦਕੇ ਜਾਵਾਂ, ਬਲਿਹਾਰ ਜਾਵਾਂ। ਮੇਰੇ ਸਤਿਗੁਰ ਨੇ ਮੈਨੂੰ ਤਮਾਮ ਰੋਗਾਂ ਤੋਂ ਮੁਕਤ ਕਰ ਦਿੱਤਾ ਹੈ। ਖਿਮਾ ਕਰਨਾ। ਅਗਲਾ ਬੰਦ ਹੈ ਪਾਵਨ ਸ਼ਬਦ ਦਾ। ਜਿਨ ਤੂੰ ਸੇਵਿਆ ਭਾਉ ਕਰ, ਸੋਈ ਪੁਰਖ ਸੁਜਾਨ। ਜਿਨ ਤੂੰ, ਜਿਨ੍ਹਾਂ ਨੇ ਤੇਰੀ ਸੇਵਾ ਕੀਤੀ, ਭਾਉ ਕਰ, ਪ੍ਰੇਮ ਨਾਲ। ਭਾਉ ਭੱਬੇ ਨੂੰ ਕੰਨਾ, ਊੜੇ ਨੂੰ ਔਂਕੜ। ਜਿੱਥੇ ਇਹ ਸ਼ਬਦ ਆਵੇਗਾ ਉਹਦੇ ਅਰਥ ਉਸ ਵਕਤ ਪ੍ਰੇਮ ਹੋਣਗੇ, ਤੇ ਜਿੱਥੇ ਭੱਬਾ ਊੜੇ ਨੂੰ ਔਂਕੜ ਆਊਗਾ, ਵਿੱਚ ਕੰਨਾ ਨਹੀਂ ਹੋਵੇਗਾ, ਉਹਦੇ ਅਰਥ, ਉਹਦਾ ਸ਼ਬਦ ਦਾ ਰੂਪ ਭਉ ਹੋਵੇਗਾ ਤੇ ਉਹਦੇ ਅਰਥ ਡਰ ਹੋਣਗੇ। ਇਹ ਗੱਲ ਸਮਝਣ ਵਾਲੀ ਹੈ। ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ। ਹੇ ਪ੍ਰਭੂ, ਜਿਨ੍ਹਾਂ ਗੁਰਮੁਖਾਂ ਨੇ ਪ੍ਰੇਮ ਦੇ ਨਾਲ ਤੇਰੀ ਸੇਵਾ ਕੀਤੀ ਹੈ, ਤੇਰੇ ਹੁਕਮ ਵਿੱਚ ਤੁਰ ਪਏ ਨੇ, ਉਹ ਕੀ ਬਣੇ ਨੇ? ਸੋਈ ਪੁਰਖ ਸੁਜਾਨ। ਸੁਜਾਨ ਦਾ ਅਰਥ ਹੈ ਸਿਆਣੇ। ਉਹ ਬੜੇ ਸਮਝਦਾਰ, ਸੂਝ-ਬੂਝ ਵਾਲੇ, ਸੱਚੀ ਮੱਤ ਵਾਲੇ ਸਿਆਣੇ ਬਣ ਚੁੱਕੇ ਨੇ। ਉਹ ਫਿਰ ਚੰਚਲਤਾਈਆਂ ਨਹੀਂ ਕਰਦੇ, ਉਹਨਾਂ ਵਿੱਚ ਵਿਕਾਰ ਨਹੀਂ ਹੁੰਦੇ। ਤਿੰਨਾ ਪਿੱਛੇ ਛੁੱਟੀ ਹੈ, ਜਿਨ ਅੰਦਰ ਨਾਮ ਨਿਧਾਨ। ਤਿੰਨਾਂ ਦਾ ਅਰਥ ਹੈ, ਉਹਨਾਂ ਦੇ ਪਿੱਛੇ ਦਾ ਅਰਥ ਹੈ ਅਨੁਸਾਰ ਹੋ ਕੇ, ਉਹਨਾਂ ਦੇ ਮਤ ਮੁਤਾਬਕ ਚੱਲ ਕੇ, ਸ਼ਰਨੀ ਪੈ ਕੇ। ਛੁੱਟੀ ਹੈ, ਵਿਕਾਰਾਂ ਤੋਂ ਬਚੀ ਦਾ ਹੈ। ਨਿਧਾਨ ਦਾ ਅਰਥ ਹੈ ਖਜ਼ਾਨਾ। ਸਾਹਿਬ ਕਹਿੰਦੇ ਜਿਨ੍ਹਾਂ ਗੁਰੂ ਦੀਆਂ ਸਿੱਖਾਂ ਨੇ ਤੇਰੇ ਮਤ ਤੇ ਚੱਲ ਕੇ ਆਪਣੇ ਹਿਰਦੇ ਵਿੱਚ ਤੇਰਾ ਹੁਕਮ ਰੂਪੀ ਆਤਮਿਕ ਖਜ਼ਾਨਾ ਵਸਾ ਲਿਆ ਹੈ, ਹੇ ਮੇਰਿਆ ਪਾਤਸ਼ਾਹ, ਉਹਨਾਂ ਦੀ ਸੰਗਤ ਕੀਤਿਆਂ, ਉਹਨਾਂ ਦੇ ਨਾਲ ਰਹਿਆਂ ਵੀ ਵਿਕਾਰਾਂ ਤੋਂ ਬਚ ਸਕੀਦਾ ਹੈ। ਜੋ ਗੁਰੂ ਦੀ ਮੱਤ 'ਤੇ ਤੁਰਦੇ ਨੇ, ਗੁਰੂ ਦੀ ਰਜ਼ਾ 'ਚ ਤੁਰਦੇ ਨੇ, ਗੁਰੂ ਦੇ ਹੁਕਮ 'ਚ ਤੁਰਦੇ ਨੇ, ਉਹ ਸਤਿਗੁਰੂ ਦੇ ਕੋਲ ਰਹਿ ਕੇ, ਗੁਰੂ ਦੀ ਮੱਤ 'ਤੇ ਚੱਲ ਕੇ, ਉਹਨਾਂ ਨੇ ਆਪਣੇ ਅੰਦਰ ਸੱਚ ਦਾ ਖਜ਼ਾਨਾ
ਗੁਣਾਂ ਦਾ ਘਰ ਕਰ ਲਿਆ ਹੈ ਤੇ ਹੁਣ ਉਹ ਨਿਤ ਵਿਕਾਰਾਂ ਤੋਂ ਬਚਦੇ ਨੇ ਤੇ ਆਪਣੇ ਆਪ ਨੂੰ ਸੱਚ ਦੇ ਰਸਤੇ ਤੇ ਤੋਰਦੇ ਨੇ। ਗੁਰ ਜੇਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਕਮਾਲ ਦੀ ਗੱਲ ਹੈ। ਸਤਿਗੁਰੂ ਕਹਿੰਦੇ ਮਤਾ ਕਿਤੇ ਸਿੱਖ ਭੁਲੇਖਾ ਖਾ ਜਾਵੇ। ਇਸ ਪੰਕਤੀ ਨੂੰ ਆਧਾਰ ਬਣਾ ਕੇ ਕੋਈ ਬੰਦਾ ਦੇਹਧਾਰੀ ਦੇ ਪਿੱਛੇ ਤੁਰ ਪਵੇ, ਕੋਈ ਪਖੰਡੀ ਪਿੱਛੇ ਤੁਰ ਪਵੇ, ਇਹ ਭੁਲੇਖਾ ਨਾ ਰਹਿ ਜਾਵੇ, ਕੋਈ ਕਨਫਿਊਜ਼ਨ ਨਾ ਰਹਿ ਜਾਵੇ। ਅਗਲੀ ਪੰਕਤੀ ਦੇ ਵਿੱਚ ਬਿਲਕੁਲ ਐਨ ਸਟੀਕ ਜਵਾਬ ਦੇ ਦਿੱਤਾ ਹੈ। ਕਹਿੰਦੇ ਗੁਰ ਜੇਵੜ ਦਾਤਾ ਕੋ ਨਹੀਂ, ਸਤਿਗੁਰ ਤੋਂ ਬਿਨਾ ਹੋਰ ਕੋਈ ਗਿਆਨ ਦਾ ਦਾਤਾ ਹੋ ਹੀ ਨਹੀਂ ਸਕਦਾ। ਗੁਰੂ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ, ਜਿਨ ਦਿੱਤਾ ਆਤਮ ਨਾਮ, ਆਤਮਦਾਨ ਕੇਵਲ ਗੁਰੂ ਹੀ ਹੈ, ਸਤਿਗੁਰੂ ਦੀ ਬਾਣੀ ਹੀ ਹੈ ਜੋ ਮੈਨੂੰ ਆਤਮਿਕ ਤੌਰ ਤੇ ਮਜ਼ਬੂਤ ਕਰ ਸਕਦੀ ਹੈ, ਮੇਰੀ ਆਤਮਾ ਨੂੰ ਪਰਮਾਤਮਾ ਨਾਲ ਇੱਕਮਿਕ ਕਰਾ ਸਕਦੀ ਹੈ। ਆਏ ਸੇ ਪ੍ਰਵਾਨ ਹੈ, ਜਿਨ ਗੁਰ ਮਿਲਿਆ ਸੋ ਭਾਏ। ਸੁਭਾਏ ਦਾ ਅਰਥ ਹੈ ਪਿਆਰ ਦੇ ਨਾਲ, ਨਿਰਮਲ ਪਿਆਰ ਦੇ ਨਾਲ। ਆਏ ਸੇ ਪ੍ਰਵਾਨ ਹੈ। ਸਭ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਪ੍ਰੇਮ ਦੀ ਬਰਕਤ ਦਾ ਅਹਿਸਾਸ ਹੋ ਜਾਂਦਾ ਹੈ ਨਾ, ਜੋ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਤੁਰ ਪੈਂਦੇ ਨੇ ਤੇ ਪ੍ਰਭੂ ਦੀ ਪ੍ਰੀਤ ਦੀ ਬਰਕਤ ਦੇ ਨਾਲ ਉਹ ਫਿਰ ਗੁਰੂ ਦੀ ਮੱਤ ਦੇ ਪਿੱਛੇ ਤੁਰਦੇ ਨੇ। ਉਹਨਾਂ ਨੂੰ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ। ਉਹ ਸਤਿਗੁਰੂ ਗੁਰੂ ਸ਼ਬਦ ਗੁਰਬਾਣੀ ਦੇ ਨਾਲ ਆਪਣੇ ਜੀਵਨ ਨੂੰ ਨਿਰਮਲ ਕਰਦੇ ਨੇ ਤੇ ਉਹਨਾਂ ਦਾ ਜਗਤ ਦੇ ਵਿੱਚ ਆਇਆ ਕਬੂਲ ਹੁੰਦਾ ਹੈ। ਉਹ ਨਾਮ ਵਾਲੇ ਹੁੰਦੇ ਨੇ ਤੇ ਉਹਨਾਂ ਦੀ ਜਗਤ ਵਿੱਚ ਜੈ ਜੈਕਾਰ ਹੁੰਦੀ ਹੈ। ਆਏ ਸੇ ਪ੍ਰਵਾਨ ਹੈ, ਉਹ ਜਗਤ ਵਿੱਚ ਆਏ ਕਬੂਲ ਮੰਨੇ ਜਾਂਦੇ ਹਨ। ਜਿਨ ਗੁਰ ਮਿਲਿਆ ਸੋ ਭਾਏ, ਜੋ ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰਦੇ ਨੇ ਤੇ ਆਪਣੇ ਜੀਵਨ ਦੇ ਵਿੱਚ ਸੱਚੇ ਪਰਮਾਤਮਾ ਦੇ ਪਿਆਰ ਨੂੰ ਵਸਾਉਂਦੇ ਨੇ। ਸੱਚੇ ਸੇਤੀ ਰਤਿਆਂ ਦਰਗਾਹ ਬੈਸਣ ਜਾਏ। ਸਤਿਗੁਰੂ ਦੀ ਸਹਾਇਤਾ ਦੇ ਨਾਲ ਜਦੋਂ ਉਹ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਅੰਦਰ ਸੱਚ ਨੂੰ ਉਜਾਗਰ ਕਰ ਲੈਂਦੇ ਨੇ, ਉਹਨਾਂ ਦੇ ਅੰਦਰ ਸੱਚੇ ਵਿਚਾਰ ਪੈਦਾ ਹੋਣ ਲੱਗ ਪੈਂਦੇ ਨੇ ਤੇ ਸੱਚੇ ਪਿਆਰ ਦੇ ਨਾਲ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗ ਜਾਂਦੇ ਨੇ। ਉਹਨਾਂ ਨੂੰ ਦਰਗਾਹ ਬੈਸਣ ਜਾਏ, ਉਹਨਾਂ ਨੂੰ ਪਰਮਾਤਮਾ ਦੀ ਇਸ ਸੱਚ ਰੂਪੀ ਦਰਗਾਹ ਰੂਪੀ ਸੰਸਾਰ ਰੂਪੀ ਘਰ ਦੀ ਸਮਝ ਆ ਜਾਂਦੀ ਹੈ। ਉਹ ਫਿਰ ਇੱਥੇ ਸੁਰਖਰੂ ਰਹਿੰਦੇ ਨੇ, ਉਹ ਵਿਕਾਰਾਂ ਦੇ ਚਿੱਕੜ ਵਿੱਚ ਨਹੀਂ ਡੁੱਬਦੇ। ਉਹ ਇਸ ਸੱਚ ਦੀ ਦਰਗਾਹ ਚੋਂ ਨਿਰਮਲ ਹੋ ਕੇ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਨੇ। ਉਹ ਸਦਾ ਪਰਮਾਤਮਾ ਦੀ ਹਾਜ਼ਰੀ ਵਿੱਚ ਰਹਿੰਦੇ ਨੇ। ਜਿਹਦੇ ਨਾਲ ਪਰਮਾਤਮਾ ਹਰ ਵਕਤ ਹੈ, ਉਹ ਸਦਾ ਪਰਮਾਤਮਾ ਦੀ ਹਾਜ਼ਰੀ 'ਚ ਹੈ, ਸਦਾ ਪਰਮਾਤਮਾ ਦੇ ਹੁਕਮ 'ਚ ਹੈ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਧਿਆਨ ਦੇਣਾ ਇਹਨਾਂ ਪੰਕਤੀਆਂ ਤੇ। ਕਰਤੇ ਦਾ ਅਰਥ ਹੈ ਕਰਤਾ ਪੁਰਖ ਪਰਮਾਤਮਾ ਅਕਾਲ ਪੁਰਖ, ਹੱਥ ਉਹਦੇ ਕੋਲ ਪਾਵਰ ਹੈ। ਵਡਿਆਈਆਂ ਸਭ ਕੁਝ ਦੇਣ ਦੀ ਜੇ ਕੋਈ ਪਾਵਰ ਹੈ ਤੇ ਉਹ ਪਰਮਾਤਮਾ ਕੋਲ ਹੈ। ਤੇ ਮਿਲਦੀ ਕਦੋਂ ਹੈ? ਪੂਰਬ ਲਿਖਿਆ ਪਾਏ। ਹੁਣ ਪੂਰਬ ਲਿਖਿਆ ਮਤਲਬ ਇਹ ਨਹੀਂ ਕਿ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ, ਉਹਦੀ ਗੱਲ ਬਾਅਦ 'ਚ ਕਰਾਂਗੇ। ਸਭ ਤੋਂ ਪਹਿਲੀ ਗੱਲ ਹੈ ਪੂਰਬ ਦਾ ਅਰਥ ਹੈ ਅੱਜ ਤੋਂ ਮੈਂ ਕੀ ਕਰਨਾ ਸ਼ੁਰੂ ਕੀਤਾ ਹੈ। ਜੇ ਮੇਰੇ ਜੀਵਨ ਦੇ ਵਿੱਚ ਕੋਈ ਨੁਕਸਾਨ ਹੋਇਆ ਉਹ ਮੇਰੀ ਅੱਜ ਦੀ ਬੀਜੀ ਹੋਈ ਕਰਮ ਕਰਕੇ ਹੈ। ਜੋ ਮੈਂ ਬੇਸਮਝੀ ਵਿੱਚ ਕਦਮ ਚੁੱਕਿਆ ਉਹਦਾ ਸਿੱਟਾ ਮਾੜਾ ਹੋਇਆ। ਅੱਜ ਮੈਂ ਕਿਸੇ ਨੂੰ ਕੌੜੇ ਬੋਲ ਮੂੰਹ ਤੋਂ ਕਹਿ, ਕੱਲ ਉਹਦਾ ਫਲ ਮੈਨੂੰ ਮਿਲੇਗਾ। ਅੱਜ ਜੋ ਕਰ ਰਹੇ ਹੈ ਉਹ ਲਿਖ ਰਹੇ ਹੈ, ਕੱਲ ਉਹਨੂੰ ਮੈਂ ਵੱਢਾਂਗਾ। ਇਸ ਕਰਕੇ ਪੂਰਬ ਦਾ ਅਰਥ ਹੈ ਅੱਜ, ਅੱਜ ਵਿੱਚ ਪਹਿਲਾਂ 'ਚ ਜੋ ਅੱਜ ਲਿਖਿਆ ਹੈ। ਵਿਚਾਰਾਂ ਦੇ ਖਿਆਲਾਂ 'ਚ ਆ ਕੇ ਆਪਣੇ ਅੰਦਰ ਕਿਸੇ ਪ੍ਰਤੀ ਨਫ਼ਰਤ ਲਿਆ ਕੇ, ਕਿਸੇ ਦੇ ਅਵਗੁਣਾਂ ਨੂੰ ਇਕੱਠਾ ਕਰਕੇ, ਕਿਸੇ ਦੀ ਜੈਲਸੀ ਕਰਕੇ ਉਹ ਲਿਖ ਲਿਆ। ਅੱਜ ਉਹ ਮੇਰੇ ਮਨ ਅੰਦਰ ਲਿਖਿਆ ਗਿਆ ਹੈ। ਇਹ ਕਰਮ ਬਣ ਕੇ ਬਾਹਰ ਨਿਕਲਣਾ ਹੈ, ਤੇਰਾ ਸਿੱਟੇ ਮਾੜੇ ਹੋਣੇ ਨੇ। ਤੋ ਸਾਹਿਬ ਕਹਿੰਦੇ ਜੇ ਚਾਹੁੰਦਾ ਨਾ ਪਰਮਾਤਮਾ ਦੀਆਂ ਵਡਿਆਈਆਂ ਲੈਣੀਆਂ, ਇਹ ਸਭ ਪਾਵਰ ਉਹਦੇ ਕੋਲ ਹੈ। ਫਿਰ ਅੱਜ ਵਿੱਚ ਚੰਗਾ ਜੀਵਨ ਜੀ, ਅੱਜ ਵਿੱਚ ਨੇਕ ਕਮਾਈ ਕਰ। ਕਿਉਂਕਿ ਅੱਜ ਜੇ ਨੇਕ ਕਰੇਗਾ, ਚੰਗੇ ਕੰਮ ਕਰੇਗਾ, ਸੱਚ ਬੋਲੇਗਾ, ਕੱਲ ਇਹਦਾ ਸਿੱਟਾ ਚੰਗਾ ਨਿਕਲੇਗਾ। ਸੱਚਾ ਸੱਚ ਕਰਤਾ ਸੱਚ ਕਰਨਹਾਰ,
सच साहिब सच टेक। सच करता संसार ਦਾ ਜੋ ਕਰਨਹਾਰ ਅਕਾਲ ਪੁਰਖ ਆ ਨਾ, ਉਹ ਕੇਵਲ ਪਰਮਾਤਮਾ ਸੱਚਾ ਕਰਤਾ ਪੁਰਖ ਹੈ। ਸੱਚ ਕਰਨਹਾਰ ਜੋ ਸਭ ਕੁਝ ਕਰਨ ਵਾਲਾ ਹੈ, ਸਭ ਕੁਝ ਕਰਨ ਦੇ ਸਮਰੱਥ ਹੈ। ਸੱਚ ਸਾਹਿਬ ਸੱਚ ਟੇਕ। ਫਿਰ ਸਦਾ ਸੱਚੇ ਮਾਲਕ ਦੀ ਹੀ ਟੇਕ ਧਰਨੀ ਚਾਹੀਦੀ ਹੈ, ਜੋ ਸਾਰਿਆਂ ਦਾ ਸਹਾਰਾ ਹੈ, ਸਾਰਿਆਂ ਦਾ ਮਾਲਕ ਹੈ। ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ। ਵਾਹ ਜੀ ਵਾਹ, ਬੜੇ ਪਿਆਰੇ ਬਚਨ ਨੇ। ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ। ਵਖਾਣੀਏ ਦਾ ਅਰਥ ਹੈ ਆਖਿਆ ਜਾਂਦਾ ਹੈ, ਭਾਵ ਹਰ ਕੋਈ ਆਖਦਾ ਹੈ। ਵਿਵੇਕ ਬੁੱਧ ਦਾ ਅਰਥ ਹੈ ਵੱਡੀ ਮੱਤ ਵਾਲਾ, ਚੰਗੇ ਵਿਚਾਰ ਵਾਲਾ। ਵਿਵੇਕ ਦਾ ਮਤਲਬ ਹੈ ਸੂਝਵਾਨ, ਸਮਝਦਾਰ, ਹਰ ਇੱਕ ਨਫੇ ਤੇ ਨੁਕਸਾਨ ਨੂੰ ਵਿਚਾਰਨ ਵਾਲਾ, ਬੜੀਆਂ ਡੂੰਘੀ ਸੋਚ ਸਮਝ ਰੱਖਣ ਵਾਲਾ, ਉਹਨੂੰ ਕਿਹਾ ਜਾਂਦਾ ਵਿਵੇਕ ਬੁੱਧ ਵਾਲਾ। ਹਰੇਕ ਜੀਵ ਉਸ ਨੂੰ ਹੀ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਨੂੰ ਆਖਦਾ ਹੈ। ਸੱਚੋ ਸੱਚ ਵਖਾਣੀਏ, ਹਰ ਕੋਈ ਆਖਦਾ ਹੈ ਸਦਾ ਅਟਲ ਰਹਿਣ ਵਾਲਾ ਜੇ ਕੋਈ ਹੈ ਤੇ ਉਹ ਸੱਚਾ ਪ੍ਰਮਾਤਮਾ ਵਾਹਿਗੁਰੂ ਹੈ। ਸੱਚੋ ਬੁੱਧ ਵਿਵੇਕ, ਉਹ ਸਦਾ ਸਥਿਰ ਪ੍ਰਭੂ ਹੀ ਅਸਲੀ ਪੁਰਖ ਦੀ ਬੁੱਧੀ ਰੱਖਣ ਵਾਲਾ ਹੈ। ਉਹੀ ਸਭ ਤੋਂ ਸ਼੍ਰੋਮਣੀ ਬੁੱਧ ਵਾਲਾ ਹੈ, ਸਭ ਤੋਂ ਵੱਡੀ ਮੱਤ ਵਾਲਾ ਹੈ, ਪਰ ਹੈ ਜੀਵਾਂ ਦੇ ਅੰਦਰ ਵਿਆਪਕ, ਹੈ ਜੀਵਾਂ ਦੇ ਅੰਦਰ ਟਿਕਿਆ, ਹੈ ਜੀਵਾਂ ਦੇ ਅੰਦਰ ਵਸਿਆ। ਜਿੱਦਣ ਪਰਮਾਤਮਾ ਦੇ ਨਾਲ ਜੀਵਨ ਜੁੜ ਜਾਂਦਾ ਹੈ, ਮਨੁੱਖ ਦੀ ਮੱਤ ਉੱਚੀ ਹੋ ਜਾਂਦੀ ਹੈ, ਮਨੁੱਖ ਦੀ ਸੋਚ ਉੱਚੀ ਹੋ ਜਾਂਦੀ ਹੈ। ਕਿਉਂਕਿ ਜਿਹਦੇ ਅੰਦਰ ਪਰਮਾਤਮਾ ਸਮਝ ਆਉਣ ਲੱਗ ਪਿਆ, ਜਿਹਨੇ ਆਪਣੇ ਵਿਚਾਰਾਂ ਦੇ ਵਿੱਚ, ਸੁਭਾਅ ਦੇ ਵਿੱਚ ਇਹ ਸਮਝ ਲਿਆ ਕਿ ਪ੍ਰਮਾਤਮਾ ਅੰਗ ਸੰਗ ਹੈ, ਫਿਰ ਉਹਦੀ ਹੌਲੀ ਹੌਲੀ ਮੱਤ ਪ੍ਰਮਾਤਮਾ ਵਰਗੀ ਬਣਨ ਲੱਗ ਪੈਂਦੀ ਹੈ। ਭਾਵ ਮੱਤ ਸੱਚੀ ਹੋ ਜਾਂਦੀ ਹੈ। ਉਹ ਤੁਰੰਤ ਉਹਦੇ ਸੈਂਸਰ ਇੰਨੇ ਮਜ਼ਬੂਤ ਹੋ ਜਾਂਦੇ ਨੇ, ਉਹਨੂੰ ਸਮਝ ਆ ਜਾਂਦੀ ਹੈ ਕੀ ਗਲਤ ਹੈ ਤੇ ਕੀ ਠੀਕ ਹੋ ਰਿਹਾ ਹੈ। ਉਹਦਾ ਦਿਲ ਸੱਚ ਨਾਲ ਖੜਦਾ ਹੈ, ਝੂਠ ਤੋਂ ਦੂਰ ਹੋ ਜਾਂਦਾ ਹੈ। ਆਖਰੀਆਂ ਪੰਕਤੀਆਂ ਨੇ। ਸਰਬ ਨਿਰੰਤਰ ਰਬ ਰਿਆ ਜਪ ਨਾਨਕ ਜੀਵੈ ਏਕ। ਹੇ ਨਾਨਕ, ਜਿਹੜਾ ਮਨੁੱਖ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰ ਪੈਂਦਾ ਹੈ, ਕੇਵਲ ਤਾਂ ਕੇਵਲ ਆਪਣੇ ਜੀਵਨ ਦਾ ਆਸਰਾ ਨਿਰੰਕਾਰ ਪਰਮਾਤਮਾ ਵਾਹਿਗੁਰੂ ਜੀ ਨੂੰ ਬਣਾਉਂਦਾ ਹੈ, ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਉਹ ਆਤਮਿਕ ਤੌਰ 'ਤੇ ਮਜ਼ਬੂਤ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਨਿਰੰਤਰ ਵਾਸਤੇ ਵਸ ਜਾਂਦਾ ਹੈ। ਉਹਨਾਂ ਦੀਆਂ ਵਿਚਾਰਾਂ ਦੇ ਵਿੱਚ, ਉਹ ਕਿਵੇਂ ਕਰਨਾ, ਉਹਨਾਂ ਦੇ ਖਿਆਲਾਂ ਦੇ ਵਿੱਚ, ਉਹਨਾਂ ਦੇ ਸੁਭਾਅ ਦੇ ਵਿੱਚ ਫਿਰ ਸਦੀਵੀ ਪਰਮਾਤਮਾ ਵਸ ਜਾਂਦਾ ਹੈ। ਤੋ ਸਤਿਗੁਰੂ ਕਿਰਪਾ ਕਰਨ, ਗੁਰੂ ਦੀ ਮੱਤ 'ਤੇ ਚੱਲੀਏ। ਮਾਫੀ ਚਾਹੁੰਦਾ, ਸਿਹਤ ਥੋੜ੍ਹੀ ਜਿਹੀ ਜ਼ੁਕਾਮ ਅਤੇ ਖੰਘ ਦੇ ਨਾਲ ਕਈ ਦਿਨਾਂ ਤੋਂ ਠੰਡ ਕਰਕੇ ਥੋੜ੍ਹਾ ਜਿਹਾ ਠੀਕ ਨਹੀਂ ਸੀ ਚੱਲ ਰਹੀ। ਹੋ ਸਕਦਾ ਹੈ ਬੇਅੰਤ ਜਗ੍ਹਾ ਦੇ ਉੱਤੇ ਕਈ ਪੌਸ ਲੈਣੇ ਪਏ, ਤਾਂ ਮੈਂ ਮਾਫੀ ਚਾਹੁੰਦਾ। ਆਪ ਜੀ ਦੇ ਵਿਚਾਰ ਦੀ ਸੋਚ ਸਤਿਗੁਰੂ ਉੱਚੀ ਕਰੇ, ਖਿਆਲ ਉੱਚੇ ਕਰੇ, ਸਮਝ ਉੱਚੀ ਕਰੇ। ਆਪਾਂ ਗੁਰਮਤਿ ਦੇ ਦਾਇਰੇ ਵਿੱਚ ਚੱਲੀਏ, ਸਤਿਗੁਰ ਦੇ ਹੁਕਮ ਨੂੰ ਫੋਲੋ ਕਰੀਏ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ, ਭੁੱਲ ਗਲਤੀ ਦੀ ਖਿਮਾ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦੇ ਜੀਵਨ ਵਿੱਚ ਗੁਰਮਤਿ ਵਸੇ, ਸਾਰਿਆਂ ਦੇ ਜੀਵਨ ਬੜੇ ਵਡਭਾਗੀ ਹੋਣ, ਸਾਰਿਆਂ ਦੇ ਘਰਾਂ ਵਿੱਚ ਸੁਖ ਸ਼ਾਂਤੀ, ਕਾਰੋਬਾਰ ਕਿੱਤਿਆਂ 'ਚ ਵਾਧੇ ਪਾਉਣ। ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ